ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਪ੍ਰੋਗਰਾਮ ਅਖਬਾਰਨਾਮਾ ਲੈ ਕੇ ਮੈਂ ਹਾਜ਼ਰ ਹਾਂ ਇੱਕ ਵਾਰ ਫਿਰ ਤੋਂ, ਔਰ ਹਰ ਬਾਰ ਦੀ ਤਰ੍ਹਾਂ ਮੈਂ ਯੂਐਸ ਟੂਡੇ ਤੋਂ ਸ਼ੁਰੂਆਤ ਕਰ ਰਿਹਾ ਹਾਂ। ਔਰ ਯੂਐਸ ਟੂਡੇ ਨੇ ਜਿਹੜੀ ਅੱਜ ਹੈਡਲਾਈਨ ਬਣਾਈ ਹੈ ਉਹ ਸਕੂਲਸ ਨੂੰ ਲੈ ਕੇ ਬਣਾਈ ਹੈ, ਔਰ ਬਾਈਡਨ ਸਾਹਿਬ ਨੇ ਜੋ ਕਿਹਾ ਹੈ ਉਹਨਾਂ ਦੀ ਸਟੇਟਮੈਂਟ ਨੂੰ ਲੈ ਕੇ ਹੈਡਲਾਈਨ ਬਣੀ ਹੈ। 5 days a week ਬਾਈਡਨ ਰੀਕਮਿਟਸ ਟੂ ਹਿਸ ਗੋਲ ਫॉर ਰੀਓਪਨਿੰਗ K-8 ਸਕੂਲਸ। ਵੈਲ 5 days ਜਿਹੜਾ ਹੈ ਵੀਕ ਦੇ ਵਿੱਚ ਹੁਣ ਸਕੂਲ ਜਿਹੜੇ ਓਪਨ ਰਹਿਣਗੇ। ਪੈਂਡੇਮਿਕ ਨੇ ਅਮਰੀਕਾ ਨੂੰ ਸਭ ਤੋਂ ਜ਼ਿਆਦਾ ਸਾਈਕੋਲੋਜੀਕਲੀ ਹਿੱਟ ਕੀਤਾ। ਬਹੁਤੇ ਲੋਕ ਕਹਿ ਰਹੇ ਨੇ ਕਿ ਅਸੀਂ ਇੰਨਾ ਦੇਰ ਇੰਨੇ ਚਿਰ ਆਪਣੇ ਘਰਾਂ ਦੇ ਵਿੱਚ ਕਦੇ ਕੈਦ ਨਹੀਂ ਰਹੇ। ਜਦੋਂ ਵੀ ਗੱਲ ਕੀਤੀ ਜਾਵੇ ਤਾਂ ਉਹ ਸਾਈਕੋਲੋਜੀ ਬੈਲੈਂਸ ਦੀ ਗੱਲ ਕਰਦੀ ਹੈ। ਵੈਸੇ ਵੀ ਜਦੋਂ ਅਸੀਂ ਡਿਵੈਲਪਡ ਕੰਟਰੀ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਲਈ ਦਰਪੇਸ਼ ਪ੍ਰੋਬਲਮ ਦੇ ਵਿੱਚੋਂ ਇੱਕ ਸਾਈਕੀ ਮੈਨੇਜ ਕਰਨਾ, ਆਈਡੈਂਟੀਟੀ ਕ੍ਰਾਈਸਿਸ ਮੈਨੇਜ ਕਰਨਾ ਵੱਡੀ ਪ੍ਰੋਬਲਮ ਹੁੰਦੀ ਹੈ। ਜਦੋਂ ਇਸ ਨਿਊਜ਼ ਨੂੰ ਦੇਖ ਰਹੇ ਹੋ ਤੇ ਇਸ ਨੂੰ ਮਾਨਸਿਕਤਾ ਦੇ ਨਾਲ ਜੋੜਿਆ ਜਾ ਰਿਹਾ ਹੈ ਕਿ ਬੱਚੇ ਜਿਹੜੇ ਨੇ ਉਹ ਇੰਨੀ ਦੇਰ ਘਰ ਨਹੀਂ ਰਹਿ ਸਕਦੇ, ਉਹਨਾਂ ਦਾ ਟਾਈਮ ਪਾਸ ਨਹੀਂ ਹੁੰਦਾ, ਬਹੁਤਾ ਜਿਹੜਾ ਕੁਝ ਕਰਨ ਨੂੰ ਨਹੀਂ ਹੁੰਦਾ। ਇਸ ਲਈ ਬਾਈਡਨ ਸਾਹਿਬ ਨੂੰ ਇਹਨਾਂ ਦੇ ਉੱਤੇ ਗੱਲਬਾਤ ਕਰਨੀ ਚਾਹੀਦੀ ਹੈ, ਔਰ ਇਸ ਨਿਊਜ਼ ਨੂੰ ਇਹਨਾਂ ਨੇ ਹੈਡਲਾਈਨ ਬਣਾਇਆ ਹੈ। ਲਿਖ ਰਹੇ ਨੇ, President Joe Biden made clear Tuesday his goal is for most K-8 public school to be open in person 5 days a week by the end of his first 100 days after White House received widespread criticism for scaling the target back last week। ਵੈਲ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਇੱਕ ਦਿਨ ਹੋ ਗਿਆ ਖੁੱਲ੍ਹੇਗਾ, ਔਰ ਬਹੁਤ ਜ਼ਿਆਦਾ ਮਤਲਬ ਪ੍ਰੀਕਾਸ਼ਨਰੀ ਜਿਹੜਾ ਹੈ ਉਹ ਸਟੈਪ ਹੋਏਗਾ, ਖੁੱਲ੍ਹੇਗਾ ਨਹੀਂ ਖੁੱਲ੍ਹੇਗਾ, ਸ਼ਾਇਦ ਇਹਦੇ ਵਿੱਚ ਵੀ ਅਨਸਰਟਨਿਟੀ ਸੀ। ਉਸ ਤੋਂ ਬਾਅਦ ਇੱਕ ਮੁਹਿੰਮ ਸ਼ੁਰੂ ਹੋ ਗਈ। ਅੱਜ ਕੱਲ੍ਹ ਹੈਸ਼ਟੈਗ ਸ਼ੁਰੂ ਹੁੰਦਾ ਹੈ, ਔਰ ਉੱਥੇ ਵੀ ਹੈਸ਼ਟੈਗ ਸ਼ੁਰੂ ਹੋਣ ਲੱਗ ਪਿਆ। ਲੋਕ ਹੈਸ਼ਟੈਗ ਸ਼ੁਰੂ ਕਰ ਦਿੱਤਾ ਕਿ ਸਕੂਲ ਜਿਹੜੇ ਹੈ ਉਹ ਸ਼ੁੱਡ ਬੀ ਓਪਨ। ਇਸ ਲਈ ਇਸ ਮਾਮਲੇ ਨੂੰ ਜਿਹੜਾ ਹੈ ਤਕਰੀਬਨ ਵੇਖਿਆ ਗਿਆ। ਜੇ ਇਸ ਨਿਊਜ਼ ਨੂੰ ਪੜ੍ਹਾਂ ਤਾਂ ਇਸ ਨੂੰ ਪੇਰੈਂਟਸ ਪੁਆਇੰਟ ਆਫ ਵਿਊ ਤੋਂ ਵੀ ਦੱਸਿਆ ਗਿਆ ਹੈ। ਫਰਸਟ੍ਰੇਟਿੰਗ ਪੇਰੈਂਟਸ ਐਂਡ ਓਪਨਿੰਗ ਅ ਨਿਊ ਲਾਈਨਸ ਆਫ ਅਟੈਕ ਫॉर ਰਿਪਬਲਿਕਨ। White House press secretary Jen Psaki said last week Biden's goal is for more than 50% of schools to have some teaching in person at least one day a week, not necessarily reopen by day 100 of his presidency। ਵੈਲ ਇੱਕ ਤਰੀਕੇ ਦੇ ਨਾਲ ਜਦੋਂ ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਸੀ ਉਸ ਤੋਂ ਬਾਅਦ ਲੋਕੀ ਉਹਨਾਂ ਨੂੰ ਕ੍ਰਿਟਿਸਾਈਜ਼ ਕਰ ਰਹੇ ਸੀਗੇ। ਫਿਰ ਹੁਣ ਜਦੋਂ ਕਲੈਰੀਫਿਕੇਸ਼ਨ ਆਉਂਦਾ ਤਾਂ ਉਹਨਾਂ ਨੇ ਕਿਹਾ ਕਿ ਇਹ ਮਿਸਕਮਿਊਨੀਕੇਸ਼ਨ ਹੈ, ਇੱਦਾਂ ਦੀ ਕੋਈ ਗੱਲ ਨਹੀਂ ਹੋਈ। ਮੈਂ ਸਿਰਫ ਤੇ ਸਿਰਫ 5 days ਬਾਰੇ ਸੋਚ ਰਿਹਾ ਸੀ, ਔਰ ਪ੍ਰੀਕਾਸ਼ਨਰੀ ਜਿਹੜੀ ਚੀਜ਼ ਹੈ ਸਟੈਪ ਬਾਏ ਸਟੈਪ ਉਹ ਲਈਆਂ ਜਾਣਗੀਆਂ। ਇਸ ਨਿਊਜ਼ ਨੂੰ ਇਹਨਾਂ ਨੇ ਡਿਟੇਲ ਦਿੱਤੀ ਹੈ। ਇਸ ਤੋਂ ਇਲਾਵਾ ਦੇਖਦੇ ਹਾਂ ਕਿ ਯੂਐਸ ਟੂਡੇ ਨੇ ਹੋਰ ਕੀ ਲਿਖਿਆ ਹੈ। ਇਸ ਤੋਂ ਇਲਾਵਾ ਯੂਐਸ ਟੂਡੇ ਨੇ ਜਿਹੜੀ ਇੱਕ ਵੱਡੀ ਹੈਡਲਾਈਨ ਬਣਾਈ ਹੈ ਉਹ ਹੈ ਡੋਨਾਲਡ ਟਰੰਪ ਰਿਪ ਮਿਚ ਮੈਕਾਨਲ ਐਜ਼ ਈਚ ਸੀਕ ਟੂ ਐਕਸਟ੍ਰੈਕਟ ਲੀਡਰਸ਼ਿਪ ਆਫਟਰ ਇੰਪੀਚਮੈਂਟ ਟ੍ਰਾਇਲ। ਇੰਪੀਚਮੈਂਟ ਟ੍ਰਾਇਲ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਹਰ ਕੋਈ ਆਪਣੇ ਆਪ ਨੂੰ ਲੀਡਰ ਦਿਖਣਾ ਚਾਹੁੰਦਾ ਹੈ। ਇਸ ਕਰਕੇ ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜਾ ਮਿਨੋਰਿਟੀ ਲੀਡਰ ਹੈ ਮਿਚ, ਉਹ ਵੀ ਲਗਾਤਾਰ ਆਪਣੇ ਆਪ ਨੂੰ ਪਾਰਟੀ ਦੇ ਉੱਤੇ ਵੱਡੇ ਅਹੁਦੇ 'ਤੇ ਵੇਖਣਾ ਚਾਹੁੰਦੇ ਨੇ। ਪਾਰਟੀ ਦੇ ਵਿੱਚ ਅੰਦਰ ਖਿੱਚਾਤਣੀ ਹੋ ਗਈ ਹੈ ਰਿਪਬਲਿਕਨ ਦੇ ਵਿੱਚ। ਇਸ ਖਬਰ ਨੂੰ ਇਹਨਾਂ ਨੇ ਉੱਪਰ ਤੱਕ ਰੱਖਿਆ ਹੈ। ਫਿਲਹਾਲ ਇਹਨਾਂ ਨੇ ਜੋ ਲਿਖਿਆ ਹੈ ਉਸ ਨੂੰ ਪੜ੍ਹਦਾ ਮੈਂ। ਸੀਕਿੰਗ ਟੂ ਕੀਪ ਕੰਟਰੋਲ ਆਫ ਡਿਵਾਈਡਡ ਰਿਪਬਲਿਕਨ ਪਾਰਟੀ, ਡੋਨਾਲਡ ਟਰੰਪ on Tuesday attacked Senate Minority Leader Mitch McConnell, the GOP's highest ranking elected official, after a comment he made about Trump culpabilities for Gen 6 insurrection and the US Capitol Hill। ਲਗਾਤਾਰ ਉਹਨਾਂ ਨੂੰ ਲੱਗਦਾ ਹੈ ਕਿ ਪਾਰਟੀ ਜਿਹੜੀ ਹੈ ਉਹ ਡਾਊਨ ਜਾ ਰਹੀ ਹੈ, ਪਾਰਟੀ ਨੂੰ ਕੋਈ ਸੰਭਾਲਣ ਵਾਲਾ ਨਹੀਂ ਹੈ। ਮਿਚ ਉਹਨਾਂ ਨੇ ਵੀ ਕਹਿ ਦਿੱਤਾ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਪਾਰਟੀ ਜਿਹੜੀ ਹੈ ਉਹਦੀ ਇਮੇਜ ਦੁਬਾਰਾ ਤੋਂ ਰਿਵਾਈਵ ਕੀਤੀ ਜਾਵੇ, ਮੁੜ ਸੁਰਜੀਤ ਹੋਵੇ। ਇਸ ਲਈ ਪਾਰਟੀ ਦੇ ਵਿੱਚ ਕੋਈ ਚੰਗਾ ਚਿਹਰਾ ਅਸੀਂ ਲੱਭ ਰਹੇ ਹਾਂ, ਔਰ ਮੈਨੂੰ ਲੱਗਦਾ ਹੈ ਕਿ ਇੱਕ ਉਹ ਆਪਣੇ ਆਪ ਨੂੰ ਵੀ ਲੀਡਰ ਪੋਰਟਰੇ ਕਰ ਰਹੇ ਸੀਗੇ। ਸਾਨੂੰ ਇਹ ਵੱਖਰੀਆਂ ਨਿਊਜ਼ ਤੋਂ ਲੱਗਿਆ। ਵੈਲ ਇਸ ਨਿਊਜ਼ ਨੂੰ ਜਿਹੜਾ ਹੈ ਇਹਨਾਂ ਨੇ ਪੂਰੀ ਡਿਟੇਲ ਦਿੱਤੀ ਹੈ। ਨੈਕਸਟ ਲਿਖ ਰਹੇ ਨੇ, ਦ ਰਿਪਬਲਿਕਨ ਪਾਰਟੀ ਕੈਨ ਨੈਵਰ ਅਗੇਨ be respected strong with the political leader like Sen Mitch McConnell at the helm। ਉਹਨਾਂ ਨੇ ਇਹ ਕਿਹਾ ਸੀਗਾ ਕਿ ਟਰੰਪ ਸਾਹਿਬ ਨੇ ਜੋ ਕੀਤਾ ਬਹੁਤ ਮੰਦਭਾਗਾ ਹੈ। ਉਸ ਤੋਂ ਬਾਅਦ ਸ਼ਾਇਦ ਰਿਪਬਲਿਕਨ ਨੂੰ ਉਨੀ ਜਿਹੜੀ ਪ੍ਰਾਇੋਰਟੀ ਹੈ ਉਨੀ ਰਿਸਪੈਕਟ ਨਾ ਮਿਲੇ ਜਿੰਨੀ ਮਿਲਣੀ ਚਾਹੀਦੀ ਹੈ। ਵੈਲ ਇਹ ਬਹੁਤ ਵੱਡੀ ਖਬਰ ਹੈ, ਔਰ ਇਸ ਨੂੰ ਹੈਡਲਾਈਨ ਰੱਖਿਆ ਹੈ ਯੂਐਸ ਟੂਡੇ ਨੇ। ਦੇਖਦੇ ਹਾਂ ਕਿ ਹੋਰ ਜਿਹੜੀਆਂ ਹੈਡਲਾਈਨਸ ਕਿਹੜੀਆਂ ਨੇ ਯੂਐਸ ਟੂਡੇ ਦੇ ਮੇਨ ਫਰੰਟ ਪੇਜ ਦੇ ਉੱਤੇ। ਇਸ ਤੋਂ ਇਲਾਵਾ ਯੂਐਸ ਟੂਡੇ ਨੇ ਜਿਹੜਾ ਬਹੁਤ ਕੁਝ ਲਿਖਿਆ ਹੈ। ਸਾਈਡ ਟੌਪ ਹੈਡਲਾਈਨ ਹੈ, more than 20 minutes in a car could be harmful to your health, study says। एक स्टडी कहती है कि 20 minutes in a car will be harmful for your health। The second headline, they don't care, Ryan Leaf rip NFL after Vincent Jackson's death। ਸੈਲੀਬ੍ਰਿਟੀ ਟੱਚ ਹੈ। ਇਹ ਪੂਰਾ ਮਿਕਸਚਰ ਆਫ ਨਿਊਜ਼ ਜਿਹੜਾ ਯੂਐਸ ਟੂਡੇ ਨੇ ਪਬਲਿਸ਼ ਕੀਤਾ ਹੈ। ਅੱਗੇ ਵਧਦਾ ਦੇਖਦਾ ਵਾਲ ਸਟਰੀਟ ਜਰਨਲ ਨੇ ਕਿਹੜੀ ਹੈਡਲਾਈਨ ਬਣਾਈ ਹੈ। ਵੈਲ ਵਾਲ ਸਟਰੀਟ ਜਰਨਲ ਦੇਖੀਏ ਤਾਂ ਵਾਲ ਸਟਰੀਟ ਜਰਨਲ ਅਕਸਰ ਆਪਣੇ ਫਰੰਟ ਪੇਜ ਦੇ ਉੱਤੇ ਬਿਜ਼ਨਸ ਨਾਲ ਰਿਲੇਟਡ ਗੱਲਾਂ ਕਰਦਾ ਹੈ, ਪਰ ਅੱਜ ਇਹਨਾਂ ਨੇ ਵੀ ਸਕੂਲ ਰੀਓਪਨਿੰਗ ਵਾਲੀ ਜਿਹੜੀ ਗੱਲ ਹੈ
ਉਹਨੂੰ ਪੂਰੀ ਡਿਟੇਲ ਦੇ ਨਾਲ ਛਾਪਿਆ ਹੋਇਆ ਔਰ ਲਿਖ ਰਹੇ ਨੇ ਸਕੂਲ ਰੀਓਪਨਿੰਗ ਪਿਟਸ ਪੇਰੈਂਟਸ ਅਗੇਨ ਟੀਚਰ ਇਜ਼ देयर ਆ ਵਰਲਡ ਬਿਯੋਂਡ ਫਰਸਟ੍ਰੇਟਿੰਗ ਵੈਲ ਸਾਰੇ ਫਰਸਟ੍ਰੇਸ਼ਨ ਦੇ ਵਿੱਚ ਜਿਹੜੇ ਸੀਗੇ ਜਦੋਂ ਕੋਰੋਨਾ ਸੀ ਪੈਂਡੇਮਿਕ ਸੀ ਪਰ ਦੇਖਿਆ ਜਾ ਰਿਹਾ ਕਿ ਹੁਣ ਸ਼ਾਇਦ ਰਿਲੀਫ ਮਿਲਣਾ ਹੋਰ ਸ਼ੁਰੂ ਹੋ ਜਾਏਗਾ ਜਿਵੇਂ ਵੈਕਸੀਨੇਸ਼ਨ ਦਾ ਸੈਕੰਡ ਰਾਊਂਡ ਵੀ ਰੋਲ ਆਊਟ ਹੋ ਰਿਹਾ ਹੈ ਔਰ ਸ਼ਿਪਮੈਂਟ ਜਿਹੜੀ ਹੈ ਡਿਲੇ ਹੋ ਚੁੱਕੀ ਸੀ ਉਹ ਵੀ ਦੁਬਾਰਾ ਤੋਂ ਭੇਜੀ ਜਾ ਰਹੀ ਹੈ ਔਰ ਓਵਰਆਲ ਦੇਖਿਆ ਕਿ ਇੱਕ ਰਿਵਾਈਵ ਪ੍ਰੋਸੈਸ ਦੇ ਵਿੱਚ ਚੱਲ ਰਿਹਾ ਹੈ ਅਮਰੀਕਾ ਇਸ ਖਬਰ ਨੂੰ ਡਿਟੇਲ ਦਿੱਤੀ ਇਹਨਾਂ ਨੇ Patrick Cousin had never spoken up at the school board meeting until he stood in front of crowd energy parents earlier this month to read the statement. His 16-year-old daughter helped him in write. I have watched her go from child that has loved school, thrive at school her entire life, to one now using her own words who just does not care anymore. He said, his voice breaking, what are you focused on? Get your child back. Let's ਸਕੂਲ ਇਜ਼ ਵਨ ਆਫ ਦਾ ਇੰਪੋਰਟੈਂਟ ਥਿੰਗ ਜੇ ਅਸੀਂ ਕਹੀਏ ਫਿਰ ਜਦੋਂ ਅਸੀਂ ਡਿਵੈਲਪ ਕੰਟਰੀ ਦੀ ਗੱਲ ਕਰਦੇ ਹਾਂ ਉਹਨਾਂ ਕੰਟਰੀਜ਼ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੂੰ ਐਜੂਕੇਸ਼ਨ ਨੇ ਬਹੁਤ ਕੁਝ ਦਿੱਤਾ ਹੈ ਅਤੇ ਉਹ ਐਜੂਕੇਸ਼ਨ ਦੀ ਕੁਆਲਿਟੀ ਅਤੇ ਐਜੂਕੇਸ਼ਨ ਦੀ ਪ੍ਰਾਇਓਰਿਟੀ ਨੂੰ ਸਮਝਦੇ ਨੇ ਮੈਨੂੰ ਲੱਗਦਾ ਕਿ ਸਕੂਲ ਰੀਓਪਨ ਵੀ ਇਹਨਾਂ ਦੇ ਵਿੱਚ ਹੀ ਆਉਂਦਾ ਹੈ ਔਰ ਇਸ ਨੂੰ ਡਿਟੇਲ ਦੇ ਕੇ ਵਾਲ ਸਟਰੀਟ ਜਰਨਲ ਨੇ ਫਸਟ ਪੇਜ 'ਤੇ ਲਿਖਿਆ ਹੈ ਇਸ ਤੋਂ ਇਲਾਵਾ ਵਾਲ ਸਟਰੀਟ ਜਰਨਲ ਨੇ ਜਿਹੜੀ ਖਬਰ ਆਪਣੀ ਹੈਡਲਾਈਨ ਬਣਾਈ ਹੈ ਉਹ ਅਮਰੀਕਾ ਦੇ ਤੂਫਾਨ ਯਾਨੀ ਕਿ ਵਿੰਟਰ ਸਟੋਰਮ ਨੂੰ ਲੈ ਕੇ ਬਣਾਈ ਹੈ ਔਰ ਉਹ ਲਿਖ ਰਹੇ ਨੇ winter storms creates havoc across US from power outrage to disturbs COVID-19 vaccination. The snow, ice and stinging cold are upending life for million. Well, let's ਇਹ ਬਹੁਤ ਇੱਕ ਵੱਡੀ ਖਬਰ ਹੈ ਕਿ ਚੇਂਜ ਕਰ ਦਿੱਤਾ ਲਾਈਫ ਨੇ ਕਦੀ ਦੇਖਿਆ ਨਹੀਂ ਸੀਗਾ ਅਕਰੋਸ ਅਮਰੀਕਾ 75% ਜਿਹੜਾ ਹੈ 48 ਸਟੇਟਸ ਨੇ ਅਮਰੀਕਾ ਦੀਆਂ ਜਿਹੜੀਆਂ ਇਸ ਸਨੋ ਦੇ ਨਾਲ ਲਗਾਤਾਰ ਇਸ ਐਕਸਟ੍ਰੀਮ ਵੈਦਰ ਦੇ ਨਾਲ ਪ੍ਰਭਾਵਿਤ ਨੇ ਇਸ ਤੋਂ ਇਲਾਵਾ ਲਿਖਿਆ ਹੈ ਕਿ ਟੈਕਸਾਸ ਪਾਵਰ ਆਊਟੇਜ ਟੂ ਰੈਗ ਇਨਟੂ ਥਰਡ ਡੇ ਲਗਾਤਾਰ ਉੱਥੇ ਬਿਜਲੀ ਕੱਟੀ ਹੋਈ ਆ ਔਰ ਥਰਡ ਡੇ 'ਚ ਪਹੁੰਚ ਗਈ ਹੈ ਇਹਨੂੰ ਵੀ ਇਹਨਾਂ ਨੇ ਖਬਰ ਬਣਾਇਆ ਹੈ ਲਿਖ ਰਹੇ ਨੇ ਗਵਰਨਮੈਂਟ ਗ੍ਰੈਜ ਅਬਾਊਟ ਕਾਲਡ ਫॉर ਐਨ ਇਨਵੈਸਟੀਗੇਸ਼ਨ ਇਨਟੂ ਵਾਟ ਕਾਜ਼ ਅ ਫੇਲੀਅਰ of the state power supply after blackout sparked health emergency. ਇੱਕ ਜੋਕ ਮੈਂ ਤੁਹਾਨੂੰ ਸੁਣਾਉਣਾ ਹੈ ਜਦੋਂ ਤੁਸੀਂ ਕਹਿੰਦੇ ਕਿ ਇੰਡੀਆ ਦੇ ਵਿੱਚ ਬੱਤੀ ਕਿਸੇ ਬੱਚੇ ਦੀ ਡਿਲੀਵਰੀ ਹੁੰਦੀ ਹੈ ਐਂਡ ਜਦੋਂ ਡਿਲੀਵਰੀ ਹੁੰਦੀ ਹੈ ਤੇ ਲਾਈਟ ਚਲੇ ਜਾਂਦੀ ਹੈ ਤੇ ਉਹ ਕਹਿੰਦਾ ਉਹ ਸ਼ਿਟ ਮੈਂ ਇੰਡੀਆ 'ਚ ਪੈਦਾ ਹੋ ਗਿਆ ਫਿਲਹਾਲ ਹੁਣ ਇਹ ਐਕਸਟ੍ਰੀਮ ਵੈਦਰ ਨੇ ਅਮਰੀਕਾ ਦੇ ਕੁਝ ਹਾਲ ਇਸ ਤਰੀਕੇ ਕਰ ਦਿੱਤੇ ਆ ਔਰ ਅਮਰੀਕਾ ਦੀ ਉਹ ਸਟੇਟ ਜਿਹਨੂੰ ਅਸੀਂ ਕਹਿੰਦੇ ਆ ਕਿ ਰਿਚ ਸਟੇਟਸ ਹੈ ਟੈਕਸਸ ਵਰਗੀ ਉਹਦੇ ਵਿੱਚ ਵੀ ਕੱਟ ਡਾਊਨ ਲੱਗਣਾ ਉਹ ਵੀ 3 ਦਿਨਾਂ ਦਾ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖਬਰ ਹੈ ਇਸ ਤੋਂ ਇਲਾਵਾ ਇਹਨਾਂ ਨੇ ਬਹੁਤ ਸਾਰੀਆਂ ਹੋਰ ਖਬਰ ਜਿਹੜੀਆਂ ਨੇ ਬਿਟਕੋਇਨਸ ਨੂੰ ਲੈ ਕੇ ਬਣਾਈ ਹੈ ਬਿਟਕੋਇਨ ਹਿੱਟ $5,000 ਫॉर ਅ ਫਸਟ ਟਾਈਮ A digital currency value has doubled in a less than 2 months with a total market value in circulation of amount $909 billion यानी 909 billion एक वैल्यू है और इस दे नाल जिहड़ी एक पहली बार हिट होया है इस तरीके दे नाल बिटकॉइन ਇਹਨਾਂ ਨੇ ਬਹੁਤ ਡਿਟੇਲ ਦਿੱਤੀ ਹੈ ਬਿਟਕੋਇਨ ਨੂੰ ਲੈ ਕੇ ਔਰ ਇਸ ਡਿਟੇਲ ਨੂੰ ਤੁਸੀਂ ਪੜ੍ਹ ਸਕਦੇ ਹੋ ਜੇ ਤੁਸੀਂ ਵਾਲ ਸਟਰੀਟ ਜਰਨਲ ਨੂੰ ਪਸੰਦ ਕਰਦੇ ਹੋ ਵੇਲੇ ਇਸੀ ਵਾਲ ਸਟਰੀਟ ਜਰਨਲ ਔਰ ਇਸ ਤੋਂ ਅੱਗੇ ਵਧਦਾ ਦਿਖਦਾ ਨਿਊਯਾਰਕ ਟਾਈਮਸ ਨੇ ਕੀ ਲਿਖਿਆ ਹੈ ਵੈਲ ਨਿਊਯਾਰਕ ਟਾਈਮਸ ਜਿਹੜਾ ਹੈ ਉਹਨੇ ਹਿਊਮਨ ਟਾਈਮਸ ਵਾਲੀ ਸਟੋਰੀ ਦਿੱਤੀ ਹੈ ਉਹਨਾਂ ਦੀ ਪ੍ਰੈਜੈਂਟੇਸ਼ਨ ਜਿਹੜੀ ਹੈ ਬਹੁਤ ਖੂਬਸੂਰਤ ਹੈ ਲਿਖ ਰਹੇ ਨੇ ਵਿੰਟਰ ਸਟਾਰਮਸ ਲੀਵਸ ਟੈਕਸਸ ਸ਼ਿਵਰਿੰਗ ਐਂਡ ਕਾਸਟਿੰਗ ਬਲੇਮ ਐਜ਼ ਪਾਵਰ ਫੇਲ The storm, among the worst in a generation in Texas, led to the state grid becoming overwhelmed as supply withered again as soaring demand. ਇਸ ਤੋਂ ਇਲਾਵਾ ਇੱਕ ਸੈਕਿੰਡ ਹੈਡਿੰਗ ਬਣਾਇਆ ਹੈ ਇਹਨਾਂ ਨੇ the strain set off a political fight as a lawmaker called for an inquiry into the operator managing the flow of electricity to million of customers. ਇੱਕ ਇਹ ਵੀ ਬਹੁਤ ਵੱਡੀ ਖਬਰ ਹੈ ਇਸ ਤੋਂ ਇਲਾਵਾ ਇਹਨਾਂ ਨੇ ਇੱਕ ਮੈਪ ਦੇ ਕੇ ਇਸ ਪੂਰੀ ਖਬਰ ਨੂੰ ਜਿਹੜਾ ਪੂਰੀ ਡਿਟੇਲ ਦਿੱਤੀ ਹੈ ਥੀਜ਼ ਮੈਪਸ ਸ਼ੋ ਫ੍ਰਿਜਡ ਟੈਂਪਰੇਚਰ ਅਕ੍ਰੋਸ ਦ ਨੇਸ਼ਨ ਬਹੁਤ ਵਧੀਆ ਪ੍ਰੈਜੈਂਟੇਸ਼ਨ ਹੈ ਐਂਡ ਮੈਂ ਦੁਬਾਰਾ ਵੀ ਇਸ ਪ੍ਰੈਜੈਂਟੇਸ਼ਨ ਦੀ ਤਾਰੀਫ ਕਰਾਂ ਕਿਉਂਕਿ ਇੱਕ ਹਿਊਮਨ ਟੱਚ ਵਾਲੀ ਪ੍ਰੈਜੈਂਟੇਸ਼ਨ ਹੈ ਇਸੀ ਨਿਊਯਾਰਕ ਟਾਈਮਸ ਇਸ ਤੋਂ ਅੱਗੇ ਵਧਦੇ ਹਾਂ ਵਾਸ਼ਿੰਗਟਨ ਪੋਸਟ ਨੇ ਕੀ ਲਿਖਿਆ ਹੈ ਵੈਲ ਅਮਰੀਕਨ ਨਿਊਜ਼ਪੇਪਰ ਦੀ ਜਦੋਂ ਗੱਲ ਹੁੰਦੀ ਹੈ ਤੇ ਇਹ ਇੱਕ ਸਟੀਰੀਓਟਾਈਪ ਦੇ ਉੱਤੇ ਨਹੀਂ ਰਹਿੰਦੇ ਹੈ ਕਿ ਅਸੀਂ ਹਾਰਡ ਨਿਊਜ਼ ਫਸਟ ਲਾਣੀ ਹੈ ਦੂਸਰੀ ਨਿਊਜ਼ ਬੈਕ ਲਾਣੀ ਹੈ ਮੈਨੂੰ ਇਹਨਾਂ ਦੀ ਇਹ ਗੱਲ ਬਹੁਤ ਅੱਛੀ ਲੱਗਦੀ ਹੈ ਐਂਡ ਅੱਜ ਜਿਹੜੀ ਨਿਊਜ਼ ਵਾਸ਼ਿੰਗਟਨ ਪੋਸਟ ਦੇ ਵਿੱਚ ਲੱਗੀ ਹੈ ਇੱਕ ਬਹੁਤ ਇੰਸਪੀਰੇਸ਼ਨਲ ਸਟੋਰੀ ਹੈ ਜਾਂ ਕਹਿ ਲਓ ਕਿ ਇੱਕ ਪ੍ਰੋਗਰੈਸਿਵ ਸਟੋਰੀ ਹੈ ਅਮਰੀਕਨ ਹਿਸਟਰੀ ਦੀ ਹੀ ਬਿਕਮ ਵਨ ਆਫ ਦ ਨੇਵੀਜ਼ ਫਰਸਟ ਬਲੈਕ 4-star ਐਡਮਿਰਲ The military has work to do on diversity, he says. Retired Admiral Salil Hane, who blazed a trail to the top of the Navy, said he cannot understand why it has taken so many years for military to confront issue of racism and bigotry. ਵੈਲ ਅਸੀਂ ਅਮਰੀਕਾ ਦੀ ਜਦੋਂ ਗੱਲ ਕਰਦੇ ਹਾਂ ਮੈਨੂੰ ਲੱਗਦਾ ਹੁੰਦਾ ਸੀ ਕਿ ਅਮਰੀਕਾ ਇੱਕ ਐਗਜ਼ਾਮਪਲਰੀ ਮੂਵਮੈਂਟ ਹੈ ਐਗਜ਼ਾਮਪਲਰੀ
ਸਟੇਟ ਹੈ, ਐਗਜ਼ਾਮਪਲਰੀ ਕੰਟਰੀ ਹੈ, ਜਿੱਥੇ ਸ਼ਾਇਦ ਅਸੀਂ ਡਿਵੈਲਪਮੈਂਟ, ਸਾਇੰਟੀਫਿਕ, ਰੇਸਿਜ਼ਮ ਤੋਂ ਹਟ ਕੇ ਕੰਮ ਕਰਦੇ ਹਾਂ। ਪਰ ਜਦੋਂ ਜਦੋਂ ਮੈਂ ਆਪਣੀ ਸਟੱਡੀ ਖਤਮ ਕੀਤੀ, ਵੱਡੇ ਹੋਏ ਅਸੀਂ, ਉਦੋਂ ਲੱਗਿਆ ਕਿ ਇਹ ਦੁਨੀਆ ਦੇ ਹਰ ਕੋਨੇ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦਾ ਰੇਸਿਜ਼ਮ ਜ਼ਰੂਰ ਹੁੰਦਾ ਹੈ। ਐਂਡ ਜੋ ਉੱਥੇ ਬਲੈਕਸ ਦੇ ਨਾਲ ਹੁੰਦਾ ਹੈ, ਇੱਕ ਸਭ ਤੋਂ ਵੱਧ ਮੈਂ ਕਹਿੰਦਾ ਕਿ ਦੁੱਖ ਕਰਨ ਦੇ ਨਾਲ ਹੈ। ਉਹਨਾਂ ਨੂੰ ਇੱਕ ਦਾਸ ਬਣਾ ਕੇ ਰੱਖਿਆ ਜਾਂਦਾ ਸੀ, ਉਹਨਾਂ ਦੇ ਉੱਤੇ ਸਟੈਂਪਿੰਗ ਕੀਤੀ ਜਾਂਦੀ ਸੀ, ਔਰ ਉਸ ਤੋਂ ਬਾਅਦ ਉਹ ਉੱਠੇ, ਅੱਗੇ ਵਧੇ, ਐਂਡ ਹੁਣ ਉਹਨਾਂ ਦਾ ਰੁਤਬਾ ਜਿਹੜਾ ਹੈ ਵਧੀਆ ਹੈ। ਟਰੰਪ ਟਾਈਮ ਸਾਨੂੰ ਲੱਗਦਾ ਸੀ ਕਿ ਸ਼ਾਇਦ ਉਹ ਪ੍ਰਥਾ ਜਿਹੜੀ ਹੈ, ਜਿਹਨੂੰ ਲੋਕੀ ਕਹਿੰਦੇ ਸੀ ਕਿ ਇਹ ਸਾਡੇ ਦਾਸ ਸੀ, ਸਾਡੇ ਨੌਕਰ ਸੀਗੇ, ਉਹ ਦੁਬਾਰਾ ਆ ਸਕਦੀ ਹੈ। ਪਰ ਬਾਈਡਨ ਸਾਹਿਬ ਆਏ ਨੇ, ਫਿਰ ਉਸ ਤੋਂ ਬਾਅਦ ਬੜੀਆਂ ਟ੍ਰਾਂਜੀਸ਼ਨ ਆਈਆਂ ਨੇ, ਇੱਕ ਪੋਜ਼ੀਟਿਵ ਟ੍ਰਾਂਜੀਸ਼ਨ ਹੈ। ਵੈਲ, ਇਹ ਵਾਸ਼ਿੰਗਟਨ ਪੋਸਟ ਨੇ ਆਪਣੇ ਫਰੰਟ ਪੇਜ ਦੇ ਉੱਤੇ ਇਹ ਖਬਰ ਲਿਖੀ ਹੈ। ਇਸ ਨਾਲ ਹੀ ਯੂਐਸ ਨੈਸ਼ਨਲ ਦੇ ਵਿੱਚ ਇੰਨਾ ਹੀ ਅੱਗੇ ਵਧਾਂ ਦੇਖਦਾ ਕਿ ਇੰਡੀਅਨ ਨੈਸ਼ਨਲ ਨਿਊਜ਼ਪੇਪਰ ਨੇ ਕੀ ਪਬਲਿਸ਼ ਕੀਤਾ ਹੈ। ਵੈਲ, ਇੰਡੀਅਨ ਨੈਸ਼ਨਲ ਦੀ ਗੱਲ ਕੀਤੀ ਜਾਵੇ ਤਾਂ ਇੰਡੀਅਨ ਨੈਸ਼ਨਲ ਨੇ ਸਭ ਤੋਂ ਪਹਿਲਾਂ ਪੈਂਗੋਂਗ ਪੁੱਲ ਬੈਕ ਬਾਏ ਫੈਬ 24 ਯਾਨੀ ਕਿ ਚਾਈਨਾ ਦੇ ਔਰ ਇੰਡੀਆ ਦੇ ਵਿੱਚ ਜਿਹੜਾ ਇੱਕ ਟਸਲ ਚੱਲ ਰਹੀ ਸੀਗੀ, ਉਹਨੂੰ ਹੈਡਲਾਈਨ ਬਣਾ ਕੇ ਪੇਸ਼ ਕੀਤਾ ਹੈ। ਲਿਖ ਰਹੇ ਨੇ, ਵੈਰੀਫਿਕੇਸ਼ਨ ਬਾਏ ਫਿਜ਼ੀਕਲ ਵਿਜ਼ਿਟ ਡਰੋਨਸ ਕਮਾਂਡਰਸ ਟੂ ਮੀਟ ਆਫਟਰ ਅ ਵੀਕ। ਕਹਿ ਰਹੇ ਕਿ ਸਮਝੌਤਾ ਹੋਇਆ ਸੀ, ਸਾਡੇ ਡਿਫੈਂਸ ਮਿਨਿਸਟਰ ਨੇ ਵੀ ਦੱਸਿਆ, ਉਸ ਤੋਂ ਬਾਅਦ ਹੋਮ ਮਿਨਿਸਟਰੀ ਦੀ ਵੀ ਕਲੈਰੀਫਿਕੇਸ਼ਨ ਆਉਂਦੀ ਹੈ, ਔਰ ਕਿਹਾ ਕਿ ਦੋਨਾਂ ਧਿਰਾਂ ਨੇ ਜਿਹੜਾ ਹੈ ਪੈਂਗੋਂਗ ਤੋਂ ਆਪਣੇ ਸਿਪਾਹੀ, ਆਪਣੇ ਕਮਾਂਡਰ ਹਟਾ ਲਏ ਨੇ, ਔਰ ਨੋ ਵਨ ਲੈਂਡਸ ਦੇ ਉੱਤੇ ਵੀ ਕੋਈ ਵੀ ਨਹੀਂ ਰਹੇਗਾ। India and China have started the process to physically verify each other's military position on Pangong TSO Bank following the disengagement process that started on February 10 along the line of actual control in eastern Ladakh। ਵੈਲ, ਬਹੁਤ ਡਿਟੇਲ ਦਿੱਤੀ ਹੈ। ਇਸ ਤੋਂ ਇਲਾਵਾ ਇਹਨਾਂ ਨੇ ਹੈਡਿੰਗਸ ਬਣਾ ਕੇ ਪੇਸ਼ ਕੀਤੇ ਨੇ, ਮੈਂ ਉਹ ਪੜ੍ਹਦਾ ਤੁਹਾਡੇ ਲਈ। ਪੁੱਲ ਬੈਕ ਵੈਰੀਫਿਕੇਸ਼ਨ ਟੀਮ ਸਬਮਿਟਿੰਗ ਰਿਪੋਰਟ ਟੂ ਦੇਅਰ ਰਿਸਪੈਕਟਿਵ ਕਮਾਂਡਰਸ। ਸੈਕਿੰਡ ਹੈਡਿੰਗ ਜਿਹੜਾ ਇਹਨਾਂ ਨੇ ਬਣਾਇਆ ਹੈ, de-induction of troop, tanks, artillery, guns is going as per schedule, sources says। ਥਰਡ ਹੈਡਿੰਗ ਜਿਹੜਾ ਹੈ ਉਹ ਹੈ, ਪੁੱਲ ਬੈਕ ਇਨਕਲੂਡ dismantling all infra like bunkers, helipads created after April last year। That's big relief, ਕਿਉਂਕਿ ਜਦੋਂ ਸਾਡੀਆਂ ਬਾਉਂਡਰੀ ਸਟਰੋਂਗ ਹੋਣ ਉਦੋਂ ਤੁਸੀਂ ਇੰਟਰਨਲੀ ਬਹੁਤ ਸਟਰੋਂਗ ਹੋ ਸਕਦੇ ਹੋ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ, ਹਾਈ ਕੋਰਟ ਰਿਲੀਫ ਔਰ ਮੁਲਕ ਦਿਸ਼ਾ ਕੈਨ ਮੀਟ ਟੂ ਕੈਨ। ਇਹ ਉਹ ਲੋਕ ਨੇ ਜਿਨ੍ਹਾਂ ਨੂੰ ਟੂਲ ਕਿਟ ਮਾਮਲੇ ਦੇ ਵਿੱਚ ਗ੍ਰਿਫਤਾਰੀ ਕੀਤੀ ਗਈ ਸੀ, ਔਰ ਇਹ ਵੀ ਕਿਹਾ ਜਾ ਰਿਹਾ ਸੀ ਕਿ ਨਿਤਿਕਾ ਜੈਕਬ ਐਂਡ ਮੁਕੁਲ ਦੇ ਕੋਲ ਦੇ ਲਈ ਜਿਹੜਾ ਹੈ ਨਾਨ ਬੇਲੇਬਲ ਵਾਰੰਟ ਜਾਰੀ ਕੀਤਾ ਗਿਆ। ਪਰ ਫਿਲਹਾਲ ਇੱਕ ਖਬਰ ਆ ਰਹੀ ਹੈ ਕਿ ਉਹਨਾਂ ਨੂੰ ਬੇਲ ਵੀ ਮਿਲ ਸਕਦੀ ਹੈ, ਰਿਲੀਫ ਮਿਲ ਸਕਦੀ ਹੈ, ਐਂਡ ਦਿਸ਼ਾ ਰਵੀ ਜਿਹੜੇ ਹੈ ਉਹ ਆਪਣੇ ਪੇਰੈਂਟਸ ਨੂੰ ਮਿਲ ਸਕਦੇ ਨੇ। ਵੈਲ, ਇਸ ਨਿਊਜ਼ ਨੂੰ ਮੈਂ ਪੜ੍ਹ ਰਿਹਾ। ਦਾ ਡੈਲੀ ਕੋਰਟ ਟੂਡੇ ਅਲਾਉ ਇਨਵਾਇਰਮੈਂਟਲਿਸਟ ਦਿਸ਼ਾ ਰਵੀ ਐਸੈਸ ਟੂ ਹਰ ਫੈਮਿਲੀ ਐਂਡ ਲਾਇਰ ਐਂਡ ਟੂ ਦਾ warm clothes and books। It also redirected the police to furnish a copy of the FIR to Disha's family along with a copy of remand application। Disha, who is in police custody till February 19 in the toolkit case, will be allowed to meet her lawyer for 30 minutes and family for 15 minutes daily। ਇੱਕ ਬਹੁਤ ਵੱਡੀ ਰਿਲੀਫ ਹੈ, ਕਿਉਂਕਿ ਉਹਦੀ ਏਜ ਬਹੁਤ ਛੋਟੀ ਹੈ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੀ, ਤੇ ਸ਼ੀ ਇਜ਼ ਲਿਟਰਲੀ ਕ੍ਰਾਈਮ। ਔਰ ਇੱਕ ਤਰੀਕੇ ਦੇ ਨਾਲ ਮੈਨੂੰ ਲੱਗਦਾ ਕਿ ਗਵਰਨਮੈਂਟ ਦੇ ਵੱਲੋਂ ਜਾਂ ਫਿਰ ਇਹ ਕਹਿ ਲਓ ਕਿ ਐਡਮਿਨਿਸਟ੍ਰੇਟਿਵ ਦੇ ਵੱਲੋਂ, ਪੁਲਿਸ ਦੇ ਵੱਲੋਂ ਇੱਕ ਚੰਗਾ ਜੈਸਚਰ ਹੈ। ਔਰ ਸਾਡਾ ਜਿਹੜਾ ਆਰਟੀਕਲ 21 ਹੈ, ਰਾਈਟ ਟੂ ਲਾਈਫ, ਵੀ ਇਹੀ ਕੁਝ ਕਹਿ ਰਿਹਾ ਹੈ। ਵੈਲ, ਇਸ ਖਬਰ ਦੇ ਵਿੱਚ ਬਹੁਤ ਸਾਰੀਆਂ ਡਿਟੇਲਸ ਦਿੱਤੀਆਂ ਨੇ। ਡੈਲੀ ਕਾਪ ਸੀਕਸ ਇਨਫੋ ਫਰੋਮ ਜ਼ੂਮ ਐਪ। ਉਹਨਾਂ ਨੇ ਕਿਹਾ ਕਿ ਸਾਨੂੰ ਜਿਹੜੀ ਇਨਫੋਰਮੇਸ਼ਨ ਹੈ ਉਹ ਜ਼ੂਮ ਐਪ ਤੋਂ ਮਿਲੀ ਹੈ। ਦਿਸ਼ਾਜ਼ ਅਰੈਸਟ ਵਾਸ ਮੇਡ ਐਜ਼ ਪਰ ਲਾਅ। The law does not differentiate between 22-year-old and 50-year-old। ਇਹ ਜਿਹੜਾ ਕਿਹਾ ਹੈ SN ਸ੍ਰੀਵਾਸਤਵਾ, ਉਹਨਾਂ ਨੇ ਜਿਹੜੀ ਗੱਲ ਕਹੀ ਹੈ। ED files complaint against ਹੁੱਡਾ, ਇੱਕ ਬਹੁਤ ਖਬਰ ਬਣਾਈ ਹੈ ਇਹਨਾਂ ਨੇ। The Enforcement Directorate has filed a prosecution complaint against former ਹਰਿਆਣਾ CM ਭੁਪਿੰਦਰ ਸਿੰਘ ਹੁੱਡਾ। ਇਹ ਬਹੁਤ ਵੱਡੀ ਖਬਰ ਹੈ, ਐਂਡ ਇਸ ਉੱਤੇ ਹਜੇ ਪੂਰੀ ਤਰੀਕੇ ਨਾਲ ਲਾਈਟ ਜਿਹੜੀ ਹੈ ਉਹ ਆਉਣ ਵਾਲੇ ਦਿਨਾਂ 'ਚ ਪੈ ਸਕਦੀ ਹੈ। ਇਸ ਤੋਂ ਇਲਾਵਾ ਇੱਕ ਵੱਡੀ ਖਬਰ ਜਿਹੜੀ ਇੰਡੀਅਨ ਕੌਨਸਟੀਟਿਊਸ਼ਨ ਦੀ ਕਹਿ ਲਓ ਜਾਂ ਇੰਡੀਅਨ ਪੋਲੀਟਿਕਸ ਦੀ ਕਹਿ ਲਓ, ਬੇਦੀ ਰਿਮੂਵਡ ਐਜ਼ ਅ ਪੌਂਡੀਚੇਰੀ ਲੈਫਟੀਨੈਂਟ ਗਵਰਨਰ। ਕਿਰਨ ਬੇਦੀ ਨੂੰ ਲੈ ਕੇ ਖਬਰ ਬਣਾਈ ਹੈ। ਆਰ ਆਫਟਰ ਦ ਕਾਂਗਰਸ ਗਵਰਨਮੈਂਟ lost majority in Pondicherry following the resignation by an MLA, President Ram Nath Kovind removed Lieutenant Governor Kiran Bedi and give the additional charge of the post to Telangana governor। ਸੋ ਇੱਕ ਇੰਡੀਅਨ ਪੋਲੀਟਿਕਸ ਦੇ ਵਿੱਚ ਵੱਡੀ ਖਬਰ ਹੈ। ਵੈਲ, ਇਹ ਸੀ ਇੰਗਲਿਸ਼ ਟ੍ਰਿਬਿਊਨ, ਔਰ ਇਸ ਦੇ ਨਾਲ ਹੀ ਦੇਖਦੇ ਹਾਂ ਕਿ ਪੰਜਾਬੀ ਟ੍ਰਿਬਿਊਨ ਨੇ ਕੀ ਲਿਖਿਆ ਅੱਜ। ਵੈਲ, ਪੰਜਾਬੀ ਟ੍ਰਿਬਿਊਨ ਨੇ ਪੰਜਾਬ ਦੀ ਖਬਰ ਨੂੰ ਆਪਣੀ ਹੈਡਿੰਗ ਦੇ ਵਿੱਚ, ਯਾਨੀ ਕਿ ਹੈਡਲਾਈਨ ਦੇ ਵਿੱਚ ਸ਼ਾਮਿਲ ਕੀਤਾ ਹੈ।
ਨਗਰ ਕੌਂਸਲ ਚੋਣਾਂ ਦੇ ਨਤੀਜੇ ਅੱਜ ਸਵੇਰੇ 9 ਵਜੇ ਤੋਂ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ। ਨਤੀਜਾ ਆ ਰਿਹਾ, ਅਜੇ ਤੱਕ ਮੇਰੇ ਕੋਲੇ ਵੀ, ਮੈਂ ਵੀ ਦੇਖ ਰਿਹਾ ਸੀ, ਨਤੀਜੇ ਲਗਾਤਾਰ ਆ ਰਹੇ ਨੇ, ਰੁਝਾਨ ਆ ਰਹੇ ਨੇ। ਹਾਲੇ ਸਾਡੇ ਕੋਲੇ ਕ੍ਰਿਸਟਲ ਕੰਕਰੀਟ ਜਿਹੜਾ ਡਿਸੀਜਨ ਹੈ, ਰਿਜ਼ਲਟ ਹੈ, ਉਹ ਨਹੀਂ ਆ ਰਿਹਾ। ਪਰ ਫਿਲਹਾਲ ਮੈਂ ਤੁਹਾਨੂੰ ਦੱਸਦਾ ਕਿ ਕਾਂਗਰਸ ਜਿਹੜੀ ਹੈ ਉਹ ਅੱਗੇ ਆ। ਅਕਾਲੀ ਦਲ ਕੋਲ ਵੀ ਕੁਝ ਸੀਟਾਂ ਨੇ, ਔਰ ਪਰ ਫਿਲਹਾਲ ਜੇ ਮਿਲਾ ਜੁਲਾ ਅਸਰ ਦੇਖਿਆ ਜਾਵੇ ਤਾਂ ਕਾਂਗਰਸ ਸਭ ਤੋਂ ਅੱਗੇ ਹੈ। ਦੁਪਹਿਰ ਤੱਕ ਨਤੀਜੇ ਆਉਣ ਦੀ ਸੰਭਾਵਨਾ ਹੈ। ਮੋਹਾਲੀ ਦੇ 2 ਬੂਥਾਂ ਤੇ ਦੁਬਾਰਾ ਪੈਣਗੀਆਂ ਵੋਟਾਂ। ਪਟਿਆਲਾ ਦੇ ਕੁਝ ਬੂਥਾਂ ਤੇ ਮੁੜ ਵੋਟਾਂ ਪੈ ਸਕਣਗੀਆਂ, ਅੱਜ ਹੋ ਸਕਦੀਆਂ ਨੇ ਵੋਟਾਂ। ਫਿਲਹਾਲ ਇਹ ਸੀ ਪੰਜਾਬ ਨੂੰ ਲੈ ਕੇ ਨਿਊਜ਼। ਇਸ ਤੋਂ ਇਲਾਵਾ ਇਹਨਾਂ ਨੇ ਹੋਰ ਬਹੁਤ ਸਾਰੀਆਂ ਹੈਡਲਾਈਨ ਬਣਾਈਆਂ, ਜਿਨ੍ਹਾਂ ਦੇ ਵਿੱਚ ਲਿਖਿਆ ਕਿਸਾਨ ਜਥੇਬੰਦੀਆਂ ਵੱਲੋਂ ਸਰ ਛੋਟੂ ਰਾਮ ਨੂੰ ਸ਼ਰਧਾਂਜਲੀਆਂ, ਕਿਸਾਨਾਂ ਵਿੱਚ ਫੁੱਟ ਪਾਉਣ ਵਾਲਿਆਂ ਨੂੰ ਦੂਰ ਰਹਿਣ ਦੀ ਲੋੜ, ਟਿਕੈਤ। ਕਿਸਾਨਾਂ ਦੇ ਹੱਕ ਲਈ ਆਪਣਾ ਸਾਰਾ ਜੀਵਨ ਨੁਸ਼ਾਰ ਕਰਨ ਵਾਲੇ ਹਰਿਆਣਾ ਦੇ ਛੋਟੂ ਰਾਮ, ਯਾਨੀ ਕਿ ਕਿਸਾਨ ਮੋਰਚੇ ਦੇ ਜਾਂ ਸੰਘਰਸ਼ ਕਰਨ ਵਾਲਿਆਂ ਦੇ ਵਿੱਚੋਂ ਸਭ ਤੋਂ ਮੋਹਰੀ ਕਹਿ ਲਈਏ, ਉਹਨਾਂ ਨੂੰ ਕੱਲ੍ਹ ਉਹਨਾਂ ਦੇ ਪਿੰਡ ਜਿਹੜਾ ਹੈ ਗੜੀ ਸਾਂਪਲਾ ਦੇ ਵਿੱਚ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਮੈਨੂੰ ਲੱਗਦਾ ਹੁੰਦਾ ਕਿ ਜਦੋਂ ਮੁਲਕ ਤਰੱਕੀ ਕਰਦਾ ਹੈ ਤਾਂ ਉਹਨਾਂ ਲੀਡਰਾਂ ਦੇ ਸਿਰ ਤੇ ਕਰਦਾ ਹੈ ਜਿਹੜੇ ਲੀਡਰ ਹੱਕ ਸੱਚ ਦੀ ਲੜਦੇ ਨੇ, ਕਿਸੇ ਪ੍ਰੋਗਰੈਸਿਵ ਮੁੱਦੇ ਲਈ ਲੜਦੇ ਨੇ, ਨਾ ਕਿ ਉਹਨਾਂ ਲੀਡਰਸ ਦੀ ਜਿਹੜੇ ਇਲੈਕਸ਼ਨਸ ਲੜਦੇ ਨੇ ਔਰ ਆਪਣੇ ਬਲਬੂਤੇ ਤੇ ਲਸ਼ਕਰ ਧਾਮ ਦੇ ਉੱਤੇ ਜਿੱਤ ਜਾਂਦੇ ਨੇ। ਉਸ ਤੋਂ ਬਾਅਦ ਹਕੂਮਤ ਜਿਹੜਾ ਹੈ ਉਹਨੂੰ ਆਪਣਾ ਧਰਮ ਸਮਝਦੇ ਨੇ। ਪਹਿਲੇ ਇੱਕ ਬਹੁਤ ਵੱਡਾ ਜੈਸਚਰ ਹੈ ਇਹ ਕਿਸਾਨ ਜਥੇਬੰਦੀਆਂ ਵੱਲੋਂ ਵੀ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਦੀਪ ਸਿੱਧੂ ਨੂੰ ਵੀ ਇਹਨਾਂ ਨੇ ਆਪਣੇ ਫਰੰਟ ਪੇਜ ਤੇ ਰੱਖਿਆ ਹੈ। ਉਹਨਾਂ ਦੀ ਇੱਕ ਨਿਊਜ਼ ਬਣਾਈ ਹੈ, ਦੀਪ ਸਿੱਧੂ ਦੀ ਪੁਲਿਸ ਹਿਰਾਸਤ 7 ਦਿਨ ਵਧਾਈ, ਇਸ ਨੂੰ ਇਹਨਾਂ ਨੇ ਹੈਡਲਾਈਨ ਬਣਾਇਆ ਹੈ। ਟਰੈਕਟਰ ਰੈਲੀ ਦੌਰਾਨ ਲਾਲ ਕਿਲੇ ਦੀਆਂ ਘਟਨਾਵਾਂ ਅਤੇ ਹਿੰਸਾ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਦੀਪ ਸਿੱਧੂ ਨੂੰ ਅੱਜ 7 ਦਿਨਾਂ ਰਿਮਾਂਡ ਖਤਮ ਹੋਣ ਮਗਰੋਂ ਸਥਾਨਕ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਦੀਪ ਸਿੱਧੂ ਦਾ 7 ਦਿਨਾਂ ਰਿਮਾਂਡ ਹੋਰ ਵਧਾ ਦਿੱਤਾ ਗਿਆ। ਇਹ ਖਬਰ ਬਣਾਈ ਹੈ ਵੇਲੇ ਸੀ ਪੰਜਾਬੀ ਟ੍ਰਿਬਿਊਨ। ਇਸ ਤੋਂ ਬਾਅਦ ਅੱਗੇ ਵਾਦਾ ਦੇਖਦਾ ਕਿ ਹਿੰਦੁਸਤਾਨ ਟਾਈਮਸ ਨੇ ਕੀ ਲਿਖਿਆ ਹੈ। ਹਿੰਦੁਸਤਾਨ ਟਾਈਮਸ ਨੇ ਹੈਲਥ ਨੂੰ ਲੈ ਕੇ ਖਬਰ ਬਣਾਈ ਹੈ, ਵੇਰੀਐਂਟਸ ਨੂੰ ਲੈ ਕੇ ਖਬਰ ਬਣਾਈ ਹੈ। ਜਿਹੜੇ ਕਰੋਨਾ ਵੇਰੀਐਂਟਸ ਲਗਾਤਾਰ ਆ ਰਹੇ ਨੇ ਉਹਨਾਂ ਨੂੰ ਲੈ ਕੇ 4 SA ਵੇਰੀਐਂਟ ਕੇਸਿਸ ਫਾਊਂਡ, 1 ਵਿਦ ਸਟ੍ਰੇਨ ਫਰੋਮ ਬ੍ਰਾਜ਼ੀਲ। ਇਹਨਾਂ ਨੇ ਇਹ ਖਬਰ ਦਿੱਤੀ ਹੈ ਕਿ 4 ਨਵੇਂ ਕੇਸਿਸ ਜਿਹੜੇ ਨੇ ਉਹਨਾਂ ਦੇ ਵਿੱਚੋਂ ਇੱਕ ਇੱਦਾਂ ਲੱਗ ਰਿਹਾ ਕਿ ਜਿਹੜਾ ਬ੍ਰਾਜ਼ੀਲ ਵੇਰੀਐਂਟ ਹੈ ਉਹਦਾ ਹੈ ਕੇਸ। ਇਹਨਾਂ ਦੀ ਪ੍ਰੈਜੈਂਟੇਸ਼ਨ ਬਹੁਤ ਸਹੀ ਹੈ, ਅੱਗੇ ਵੀ ਲੱਗਿਆ ਕਿ ਬਹੁਤ ਠੀਕ ਤਰੀਕੇ ਦੇ ਨਾਲ ਛਾਪਿਆ ਹੈ। A look at the 3 variants and how they affected the actions of 3 key vaccine in use as present। ਉਹ ਬਹੁਤ ਵਧੀਆ ਚਾਰਟ ਬਣਾਇਆ ਹੈ ਇਹਨਾਂ ਨੇ। ਐਸਟਰਾਜ਼ੈਨੇਕਾ ਦੀ ਗੱਲ ਕੀਤੀ ਹੈ, ਆਕਸਫੋਰਡ ਵੈਕਸੀਨ ਜਿਹੜੀ ਹੈ ਉਹਦੀ ਗੱਲ ਕੀਤੀ ਹੈ, ਮੋਡਰਨਾ ਵੈਕਸੀਨ ਦੀ ਗੱਲ ਕੀਤੀ ਹੈ, ਇਸ ਤੋਂ ਬਾਅਦ ਫਾਈਜ਼ਰ ਬਾਇਓਟੈਕ ਕੰਪਨੀ ਨੇ ਜਿਹੜੀ ਬਣਾਈ ਸੀ ਉਹਦੀ ਗੱਲ ਕੀਤੀ ਹੈ। ਵੈਲ ਇਸ ਖਬਰ ਨੂੰ ਪੜ੍ਹਨਾ ਤੇ 4 people who flew into India last month were infected with the South African variant of SARS-CoV-2 virus and another travel was found infected with the Brazilian variant, Union Health Ministry said on Tuesday, announcing the detection of 2 mutations that scientists fear can make coronavirus vaccines less effective and trigger reinfection amongst people। ਸਾਨੂੰ ਲੱਗਦਾ ਕਿ ਹੁਣ ਨਿਊ ਨਾਰਮਲ ਇਹੀ ਹੈ ਕਿ ਅਸੀਂ ਕਰੋਨਾ ਦੇ ਨਾਲ ਰਹਿਣਾ ਸਿੱਖ ਲਈਏ। ਕਰੋਨਾ ਜਿਹੜਾ ਹੈ ਉਹ ਇੱਕ ਤਰੀਕੇ ਦੇ ਨਾਲ ਹੁਣ ਜਾਣ ਦਾ ਨਾਂ ਨਹੀਂ ਲੈ ਰਿਹਾ ਔਰ ਲਗਾਤਾਰ ਨਵੇਂ ਤੋਂ ਨਵਾਂ ਵੇਰੀਐਂਟਸ ਆ ਰਿਹਾ ਹੈ। ਇਸ ਖਬਰ ਨੂੰ ਇਹਨਾਂ ਨੇ ਹੈਡਲਾਈਨ ਬਣਾਇਆ ਹੈ। ਅੱਗੇ ਵਧਦਾ ਦੇਖਦਾ ਕਿ ਨਵਾਂ ਜ਼ਮਾਨਾ ਨੇ ਕਿਹੜੀਆਂ ਹੈਡਲਾਈਨ ਬਣਾਈਆਂ ਨੇ। ਵੈਲ ਗੱਲ ਕੀਤੀ ਜਾਵੇ ਤਾਂ ਨਵਾਂ ਜ਼ਮਾਨਾ ਨੇ ਆਪਣੇ ਫਰੰਟ ਪੇਜ ਤੇ ਮਹਾਂ ਪੰਚਾਇਤਾਂ ਨਾ ਕਰਨ ਦਾ ਫੈਸਲਾ, ਇਸ ਖਬਰ ਨੂੰ ਆਪਣੇ ਫਰੰਟ ਪੇਜ ਤੇ ਰੱਖਿਆ ਹੈ ਔਰ ਲਗਾਤਾਰ ਇਸ ਬਾਰੇ ਗੱਲ ਕੀਤੀ ਜਾ ਰਹੀ ਹੈ। ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਵਿੱਚ ਮਹਾਂ ਪੰਚਾਇਤਾਂ ਨਹੀਂ ਹੋਣਗੀਆਂ ਤੇ ਉਸਨੇ ਕਿਸਾਨਾਂ ਨੂੰ ਸੂਬੇ ਵਿੱਚ ਮਹਾਂ ਪੰਚਾਇਤਾਂ ਨਾ ਕਰਨ ਦੀ ਵੀ ਅਪੀਲ ਕੀਤੀ ਹੈ। ਕਿਸਾਨ ਆਗੂਆਂ ਨੇ ਮੰਗਲਵਾਰ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਪੰਜਾਬ 'ਚ ਜਿਹੜੇ ਧਰਨੇ ਚੱਲ ਰਹੇ ਹਨ ਉਹ ਜਿਉਂ-ਤਿਉਂ ਚੱਲ ਰਹੇ ਰਹਿਣਗੇ। ਨਾਲ ਹੀ ਉਹਨਾਂ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਦਿੱਲੀ ਬਾਰਡਰ ਤੇ ਆਉਣ ਦਾ ਸੁਨੇਹਾ ਦਿੱਤਾ ਜਾਵੇਗਾ ਤਾਂ ਜੋ ਦਿੱਲੀ ਦੇ ਬਾਰਡਰਾਂ ਤੇ ਮੁੜ ਇਕੱਠ ਹੋ ਸਕੇ। ਆਗੂਆਂ ਨੇ ਦੱਸਿਆ ਕਿ 18 ਫਰਵਰੀ ਨੂੰ 4 ਘੰਟੇ ਰੇਲ ਰੋਕੋ ਵੀ ਜਿਹੜਾ ਉਹ ਸ਼ੁਰੂ ਹੋਵੇਗਾ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤੇ ਇਹਨਾਂ ਨੇ ਆਪਣੇ ਫਰੰਟ ਪੇਜ 'ਚ ਸੋਨਾਲੀ ਫੋਗਟ ਦੇ ਘਰੋਂ ਪਿਸਤੌਲ ਤੇ ਗਹਿਣੇ ਚੋਰੀ ਹੋਇਆ ਉਹਨੂੰ ਵੀ ਆਪਣੀ ਹੈਡਲਾਈਨ ਬਣਾਇਆ ਹੈ। ਇੱਕ ਹੋਰ ਖਬਰ ਜਿਹੜਾ ਇਹਨਾਂ ਨੇ ਲਿਖੀ ਹੈ, ਗੁਵਰਿਆਂ ਖਿਲਾਫ ਗਦਰੀ ਬਾਬੇ ਲੜੇ, ਅਸੀਂ ਕਾਲੇ ਕਰੋਨਾ ਖਿਲਾਫ ਲੜ ਰਹੇ ਹਾਂ, ਬਰਾੜ, ਜਗਰੂਪ ਐਂਡ ਬਹੁਤ ਸਾਰੇ ਹੋਰ। ਇਹ ਇੱਕ ਤਰੀਕੇ ਦੇ ਨਾਲ ਸੁਨੇਹੇ ਹੈ ਰੋਜ਼ ਇਹ ਅਖਬਾਰ ਦਿੰਦੀ ਕਿ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਇਕਜੁੱਟ ਹੋ ਕੇ ਲੜਦੇ ਰਹਿਣਾ ਹੈ ਤਾਂ ਜੋ ਸਾਡੀ ਜਿੱਤ ਸਕੇ। ਵੈਲ ਇਹ ਸੀ ਅੱਜ ਦਾ ਅਖਬਾਰਨਾਮਾ। ਮੈਂ ਲਗਾਤਾਰ ਤੁਹਾਡੇ ਲਈ ਖਬਰਾਂ ਲੈ ਕੇ ਆਉਂਦਾ ਰਹਾਂਗਾ। ਦੇਖਦੇ ਰਹੋ ਪੰਜਾਬ ਮੇਲ USA TV। ਬਹੁਤ ਬਹੁਤ ਧੰਨਵਾਦ।